ਪਹਿਲਾਂ ਥੈਂਕ ਯੂ ਸੋ ਮਚ। ਅੱਜ ਆਪਾਂ ਇੱਥੇ ਸਾਰੇ ਇਕੱਠੇ ਹੋਏ ਹਾਂ ਤੇ ਆਈ ਸਟਾਰਟ ਵਿਦ ਲੋਹਿਤ ਨੇ ਇੱਕ ਬਹੁਤ ਸੋਹਣੀ ਗੱਲ ਕੀਤੀ ਕਿ ਸੁਪਨੇ ਦੀ ਗੱਲ ਕੀਤੀ ਕਿ ਦਿਸ ਵਾਜ਼ ਆਰ ਡ੍ਰੀਮ। ਆਪਾਂ ਨਾ ਜੋ ਐਜ਼ ਹਿਊਮਨਸ ਆਪਣੀ ਇੱਕ ਨੇਚਰ ਹੈ ਕਿ ਆਪਾਂ ਨੂੰ ਸੁਪਨੇ ਬਹੁਤ ਪਸੰਦ ਹੈ। ਜੇ ਆਪਾਂ ਕਹੀਏ ਕਿ ਆਪਾਂ ਪਿੰਡਾਂ 'ਚ ਆਉਂਦੇ ਹਾਂ ਤਾਂ ਆਪਾਂ ਨੂੰ ਹੁੰਦਾ ਕਿ ਸ਼ਹਿਰ ਘਰ ਹੋਵੇ ਆਪਣਾ, ਆਪਣੇ ਬੱਚੇ ਵਧੀਆ ਸਕੂਲ 'ਚ ਪੜ੍ਹਨ ਅਤੇ ਆਪਣਾ ਸਾਰਿਆਂ ਦਾ ਇੱਕ ਫਾਰਮੈਟ ਹੈ ਕਿ ਯਾਰ ਸੁਪਨੇ ਆਪਾਂ ਇਹ ਸੁਪਨਾ ਅਚੀਵ ਕਰਨਾ, ਆਪਾਂ ਇਹ ਗੋਲ ਅਚੀਵ ਕਰਨਾ। ਇੱਕ ਨਾ ਇੱਕ ਇੱਦਾਂ ਹੀ ਸੁਪਨਾ ਸੀਗਾ। ਪ੍ਰੈਜੈਂਟੇਸ਼ਨ ਆਨ ਕਰੋਗੇ ਪਲੀਜ਼। ਜਿਵੇਂ ਕਿ ਤੁਸੀਂ ਕਹਿ ਲਓ ਕਿ ਆਪਾਂ ਵੱਡੀ ਕੰਪਨੀਆਂ ਦੀ ਗੱਲ ਕਰੀਏ ਤਾਂ ਐਪਲ, ਸਟੀਵ ਜੌਬਸ ਦਾ ਇੱਕ ਸੁਪਨਾ ਸੀਗਾ, ਮਾਈਕਰੋਸੌਫਟ, ਬਿਲ ਗੇਟਸ ਦਾ ਇੱਕ ਸੁਪਨਾ ਸੀਗਾ। ਇੱਕ ਨਾ ਜਿਹੜਾ ਚੰਡੀਗੜ੍ਹ ਸੀਗਾ, ਚੰਡੀਗੜ੍ਹ ਵੀ ਸੁਪਨਾ ਸੀਗਾ। ਜਦੋਂ 1947 ਦੇ ਵਿੱਚ ਇੰਡੀਪੈਂਡੈਂਸ ਮਿਲੀ ਹੈ, ਉਦੋਂ ਇੰਡੀਆ ਦੀ ਗਵਰਨਮੈਂਟ ਇੱਕ ਇੱਦਾਂ ਦੀ ਸਿਟੀ ਬਣਾਉਣਾ ਚਾਹੁੰਦਾ ਸੀ ਜਿਹੜਾ ਆਲ ਓਵਰ ਵਰਲਡ ਦੇਖੇ, ਹਰ ਬੰਦਾ ਦੇਖੇ ਕਿ ਯਾਰ ਕੀ ਹੈ ਕੀ। ਉਹਨਾਂ ਨੇ ਲੀ ਕਾਬੂਜ਼ੀਅਰ ਜਿਹੜਾ ਫ੍ਰੈਂਚ ਆਰਕੀਟੈਕਟ ਹੈ ਉਹਨਾਂ ਨੂੰ ਹਾਇਰ ਕੀਤਾ 1953 ਦੇ ਵਿੱਚ। ਅਤੇ ਇਹ ਸੁਪਨਾ ਤੁਹਾਡੇ ਸਾਰੇ ਸਾਹਮਣੇ ਹੈ। ਇੰਨਾ ਵੈਲ ਪਲੈਨਡ ਸਿਟੀ, ਇੰਨਾ ਗ੍ਰੀਨ ਸਿਟੀ ਇਸ ਪੂਰੇ ਇੰਡੀਆ ਦੇ ਵਿੱਚ ਕਿਤੇ ਵੀ ਨਹੀਂ ਹੈਗਾ। ਮਤਲਬ ਆਪਾਂ ਗੱਲ ਕਰੀਏ ਤਾਂ ਵਰਲਡ ਦੇ ਵਿੱਚ ਚੰਡੀਗੜ੍ਹ ਦੀ ਗੱਲ ਹੁੰਦੀ ਹੈ। ਇਹ ਸਾਰੇ ਆਪਾਂ ਉਸ ਗੱਲ ਤੋਂ ਜਾਣੀ ਜਾਣ ਹੈ। ਮਤਲਬ ਅਸੀਂ ਵੀ ਛੋਟੇ ਹੁੰਦੇ ਜਦੋਂ ਆਉਂਦੇ ਹੁੰਦੇ ਸੀ ਨਾ, ਸਾਨੂੰ ਇੱਦਾਂ ਹੁੰਦਾ ਸੀ 15 ਸਾਲ ਪਹਿਲਾਂ ਪਾਪਾ ਹੋਰੇ ਆਉਂਦੇ ਸੀ ਜਾਂ ਚਾਚਾ ਜੀ ਮਾਸਟਰ ਜੀ ਹੋਰੇ ਆਉਂਦੇ ਹੁੰਦੇ ਸੀ ਕਿ ਯਾਰ ਚੰਡੀਗੜ੍ਹ ਘਰ ਲੈਣਾ ਹੈ। ਇੱਕ ਸੁਪਨਾ ਹੁੰਦਾ ਸੀਗਾ ਕਿ ਚੰਡੀਗੜ੍ਹ ਘਰ ਲੈਣਾ ਹੈ, ਕਿ ਚੰਡੀਗੜ੍ਹ ਵਰਗੀ ਜਗ੍ਹਾ ਨਹੀਂ ਹੈਗੀ ਕਿਤੇ ਵੀ। ਚੰਡੀਗੜ੍ਹ ਨਾ ਫਿਰ ਚੰਡੀਗੜ੍ਹ ਚੈਲੰਜਸ ਵੀ ਬਹੁਤ ਆਏ ਉਸ ਟਾਈਮ 'ਤੇ। ਜਿਵੇਂ ਅੱਜ ਕਿੱਦਾਂ ਦਾ ਈਵੈਂਟ ਹੋ ਰਿਹਾ ਉੱਦਾਂ ਦੇ ਈਵੈਂਟ ਨਹੀਂ ਹੁੰਦੇ ਸੀ ਉਸ ਟਾਈਮ 'ਤੇ। ਜਿੱਦਾਂ ਟੈਕਨੋਲੋਜੀ ਅੱਜ ਇੰਨੀ ਫਾਸਟ ਹੈ, ਇੰਨੀ ਟੈਕਨੋਲੋਜੀ ਫਾਸਟ ਨਹੀਂ ਹੁੰਦੀ ਸੀ, ਅਵੇਅਰਨੈਸ ਨਹੀਂ ਹੁੰਦੀ ਸੀ ਇੰਨੀ। ਤਾਂ ਉਹਦੇ ਵਿੱਚ ਕੀ ਸੀ, ਜਿਵੇਂ ਜਿਵੇਂ ਲੋਕ ਚੰਡੀਗੜ੍ਹ ਆਉਂਦੇ ਰਹੇ, ਮਿਲਦੇ ਰਹੇ, ਉਹਨਾਂ ਦਾ ਦਿਲ ਕਰਦਾ ਰਿਹਾ ਅਸੀਂ ਇੱਥੇ ਰਹਿਣਾ ਯਾਰ। ਉਹ ਇੱਥੇ ਰਹਿੰਦੇ ਗਏ। ਵਰਡ ਜਿਹੜਾ ਆਪਣਾ ਵਰਡ ਆਫ ਮਾਊਥ ਹੈ ਟਰੈਵਲ ਕਰਦਾ ਰਿਹਾ ਕਿ ਚੰਡੀਗੜ੍ਹ ਸਿਟੀ ਹੈ, ਅਸੀਂ ਉੱਥੇ ਰਹਿਣਾ ਹੈਗਾ। ਤਾਂ ਉਹ ਚੱਲਦੇ 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 ਅੱਜ ਇੱਕ ਇਹ ਸਿਟੀ ਇੱਦਾਂ ਦੀ ਬਣ ਚੁੱਕੀ ਹੈ ਕਿ ਹਰ ਬੰਦਾ ਇੰਡੀਆ ਦੇ ਵਿੱਚ ਇੰਸਪਾਇਰ ਕਰਦਾ ਕਿ ਮੈਂ ਚੰਡੀਗੜ੍ਹ ਦੇ ਵਿੱਚ ਰਹਿਣਾ ਹੈ। ਚੰਡੀਗੜ੍ਹ ਦੇ ਵਿੱਚ ਡਿਫਰੈਂਟ ਤਰ੍ਹਾਂ ਦੇ ਲੋਕ ਆ ਕੇ ਰਹਿਣ ਲੱਗ ਗਏ, ਇੱਕ ਡਿਫਰੈਂਟ ਕਲਚਰ ਬਣ ਗਿਆ, ਇੱਕ ਡਿਫਰੈਂਟ ਇਨਵਾਇਰਮੈਂਟ ਬਣ ਗਿਆ। ਚੰਡੀਗੜ੍ਹ ਦੀ ਇੰਨੀ ਗੱਲਬਾਤ ਬਣ ਗਈ ਕਿ ਉਹ ਸੌਂਗਸ ਦੇ ਵਿੱਚ, ਉਹ ਮੂਵੀਜ਼ ਦੇ ਵਿੱਚ, ਉਹ BBC ਨੈਟਵਰਕ ਦੇ ਉੱਤੇ ਆਲ ਓਵਰ ਵਰਲਡ ਨਿਊਜ਼ ਦੇ ਵਿੱਚ ਆਉਣ ਲੱਗ ਗਿਆ। ਇਹ ਇੱਕ ਸੁਪਨਾ ਸੀਗਾ, ਇਹ ਇੱਕ ਇੰਡੀਅਨ ਗਵਰਨਮੈਂਟ ਦਾ ਉਸ ਟਾਈਮ ਤੱਕ ਸੁਪਨਾ ਸੀਗਾ ਅਸੀਂ ਚੰਡੀਗੜ੍ਹ ਬਣਾਉਣਾ ਹੈ। ਕਿਸੇ ਨੂੰ ਨਹੀਂ ਪਤਾ ਸੀ ਕੀ ਹੋਣਾ ਕੀ ਨਹੀਂ। ਉਹਨਾਂ ਨੇ ਲੀ ਕਾਬੂਜ਼ੀਅਰ ਲੈ ਕੇ ਆਇਆ, ਵੈਲ ਪਲਾਨ ਕੀਤਾ, ਸੁਪਨਾ ਸੀਗਾ, ਸੁਪਨੇ ਦੀ ਗੱਲ ਕਰ ਰਿਹਾ ਮੈਂ। ਉਦੋਂ ਬਾਅਦ ਮੀਡੀਆ ਦੇ ਵਿੱਚ ਵੀ ਹੋ ਗਿਆ। ਅਤੇ ਨਾ ਚੰਡੀਗੜ੍ਹ ਜਦੋਂ ਇੰਨਾ ਜ਼ਿਆਦਾ ਵੱਧ ਗਿਆ ਤਾਂ ਹੁਣ ਨਾ ਲੋਕ ਹੋਰ ਅਵੇਅਰ ਹੋਣ ਲੱਗ ਗਏ। ਉਹ ਕਹਿੰਦੇ ਠੀਕ ਹੈ ਚੰਡੀਗੜ੍ਹ ਹੈਗਾ, ਚੰਡੀਗੜ੍ਹ ਦੇ ਨਾਲ ਮੋਹਾਲੀ ਵੀ ਆ ਗਿਆ, ਉਹਦੇ ਨਾਲ ਪੰਚਕੂਲਾ ਵੀ ਆ ਗਿਆ, ਉਹਦੇ ਨਾਲ ਜ਼ੀਰਕਪੁਰ ਵੀ ਆ ਗਿਆ। ਵਾਟ ਨੈਕਸਟ? ਸਾਨੂੰ ਉੱਦਾਂ ਦੀ ਲਿਵਿੰਗ, ਜਿਹੜਾ ਇੱਕ ਉਹ ਵਿਜ਼ਨ ਦੇਖਿਆ ਸੀ ਉਹਨਾਂ ਨੇ, ਉਹ ਸੁਪਨਾ ਕੋਈ ਹੋਰ ਦੇਖ ਰਿਹਾ ਹੈ। ਉਹ ਸੁਪਨਾ ਕਿ ਅਸੀਂ ਇੱਦਾਂ ਦੀ ਲਿਵਿੰਗ ਦੇਣਾ ਚਾਹੁੰਦੇ ਜਿਹੜੇ 100 ਸਾਲ 150 ਸਾਲ ਲੋਕ ਰਹਿਣ, ਉਹ ਕੋਈ ਦੇਖ ਰਿਹਾ ਹੈ। ਉਹ ਸੁਪਨਾ ਅਸੀਂ ਦੇਖਿਆ। ਉਸ ਚੀਜ਼ਾਂ ਨੂੰ ਅਸੀਂ ਪੜ੍ਹਦੇ, ਸਮਝਦੇ, ਲਿਖਦੇ, ਦੇਖਦੇ ਕਿ ਕੀ ਚੱਲ ਰਿਹਾ ਹੈ, ਕੀ ਲੋਕਾਂ ਦੀ ਨੀਡ ਹੈ। ਫਿਰ ਉਸ ਜਗ੍ਹਾ 'ਚੋਂ ਵੈਲਨੈਸ ਸਿਟੀ ਆਇਆ। ਤਾਂ ਵੈਲਨੈਸ ਸਿਟੀ ਵਰਗੇ ਪ੍ਰੋਜੈਕਟ ਕਿਉਂ ਨਹੀਂ ਆ ਪਾਏ? ਚੰਡੀਗੜ੍ਹ ਦੇ ਵਿੱਚ ਨਾ ਆਸੇ ਪਾਸੇ ਜਿਹੜੇ ਵੀ ਬਿਲਡਰਸ ਹੈ, ਬਹੁਤ ਛੋਟੇ ਛੋਟੇ ਲੈਂਡ ਪਾਰਸਲਸ ਨੇ। ਕੋਈ 5 ਏਕੜ ਪ੍ਰੋਜੈਕਟ ਹੈ, ਕੋਈ 10 ਏਕੜ ਪ੍ਰੋਜੈਕਟ ਹੈ, ਕੋਈ 20 ਏਕੜ ਪ੍ਰੋਜੈਕਟ ਹੈ। ਉੱਦਾਂ ਦਾ ਪ੍ਰੋਜੈਕਟ 110 ਏਕੜ ਜਾਂ ਜਿਹਦੇ ਕੋਲ ਫਿਊਚਰ ਐਕਸਪੈਂਸ਼ਨ 'ਚ 200 ਏਕੜ 300 ਏਕੜ ਜਗ੍ਹਾ ਹੀ ਨਹੀਂ ਸੀਗੀ ਕਿਸੇ ਕੋਲੇ, ਤਾਂ ਕਦੇ ਵਿਜ਼ੂਅਲਾਈਜ਼ ਹੀ ਨਹੀਂ ਹੋ ਪਾਇਆ। ਉਦੋਂ ਬਾਅਦ ਲੋਕਾਂ ਨੇ ਇੱਥੇ ਮਾਰਕੀਟ ਨਹੀਂ ਸਮਝੀ ਕਿ ਲੋਕ ਚਾਹੁੰਦੇ ਕੀ ਨੇ। ਲੋਕ ਚਾਹੁੰਦੇ ਨੇ ਯਾਰ ਅਸੀਂ ਵੈਲਨੈਸ ਦੀ ਗੱਲ ਕਰੀਏ, ਬਟ ਜੋ ਬੇਸਿਕ ਲਗਜ਼ਰੀ ਹੈ ਦੈਟ ਇਜ਼ ਹਾਊ ਵੀ ਬਰੀਥ, ਹਾਊ ਵੀ ਲਿਵ, ਆਪਾਂ ਇੱਕ ਕਿੱਦਾਂ ਦੀ ਕਮਿਊਨਿਟੀ ਵਿੱਚ ਰਹਿੰਦੇ ਹਾਂ। ਸੋ ਇਹ ਚੈਲੰਜਿਸ ਸੀਗੇ ਜਿਹੜੇ ਕੋਈ ਓਵਰਕਮ ਨਹੀਂ ਕਰ ਪਾਏ। ਫਿਰ ਅਸੀਂ ਦੇਖਦੇ ਦੇਖਦੇ ਚੈਲੰਜਿਸ ਨੂੰ ਓਵਰਕਮ ਕੀਤਾ। ਉਦੋਂ ਬਾਅਦ ਹੁਣ ਜੇ ਗੱਲ ਕਰੀਏ ਤਾਂ ਸਾਡੇ ਲਈ ਵੀ ਇੱਕ ਬਹੁਤ ਵੱਡਾ ਚੈਲੰਜ ਸੀਗਾ ਕਿ ਵੈਲਨੈਸ ਸਿਟੀ ਨੂੰ ਇੰਨੀ ਲੈਂਡ ਕਿੱਥੋਂ ਮਿਲੂਗੀ। 110 ਏਕੜ ਇਜ਼ ਅ ਬਿਗ ਚੰਕ। ਅਤੇ ਅਸੀਂ ਉਹ ਕੀਤਾ, ਕਰਦੇ ਕਰਦੇ ਸਾਨੂੰ ਰਾਜਪੁਰਾ ਰੋਡ 'ਤੇ ਮਿਲ ਗਿਆ 2000 ਫੁੱਟ ਹਾਈਵੇ ਫਰੰਟ, ਜਿਹੜਾ ਕਿ 110 ਏਕੜ ਦਾ ਚੰਕ ਮਿਲ ਗਿਆ। ਅਤੇ ਉਦੋਂ ਬਾਅਦ ਪਿੱਛੇ 200 ਏਕੜ 300 ਏਕੜ ਅਸੀਂ ਐਕਸਪੈਂਡ ਕਰ ਸਕਦੇ ਹਾਂ। ਉਦੋਂ ਬਾਅਦ ਸਭ ਤੋਂ ਵੱਡੀ ਗੱਲ ਕੀ ਹੋ ਗਈ, ਉਹਦੇ ਨਾਲ ਜਿਹੜੇ ਲੌਜਿਸਟਿਕ ਹੱਬ ਹੈ, ਉਹਦੇ ਨਾਲ ਟੈਕਨੋਲੋਜੀ ਹੱਬ ਹੈ, ਉਹਦੇ ਨਾਲ ਆਪਣਾ ਹੌਸਪਿਟੈਲਿਟੀ ਹੱਬ ਹੈ, ਉਹਦੇ ਨਾਲ ਸਕੂਲਸ, ਉਹਦੇ ਨਾਲ ਕਾਲਜਿਸ ਹੈ। ਇਹ ਇੱਕ ਵਿੰਸਟੀ ਬਣ ਜਾਂਦੀ ਹੈ ਸਾਡੀ ਕਿ ਜੋ ਬੇਸਿਕ ਨੀਡਸ ਹੈ ਨਾ ਉਹ ਸਾਰੀਆਂ ਪੂਰੀਆਂ ਹੋ ਜਾਂਦੀਆਂ। ਸਾਨੂੰ ਉਹ ਚੀਜ਼ਾਂ ਵੀ ਮਿਲ ਗਈਆਂ। ਉਦੋਂ ਬਾਅਦ ਦੈਨ ਦ ਸੈਕਿੰਡ ਥਿੰਗ ਵਾਸ ਕਿ ਲੀ ਕਾਬੂਜ਼ੀਅਰ ਨੇ ਇੰਨਾ ਵੈਲ ਪਲੈਨਡ ਚੀਜ਼ ਬਣਾਈ ਹੈ ਕਿ ਅੱਜ ਵੀ ਆਪਾਂ ਚਾਹੁੰਦੇ ਹਾਂ ਕਿ ਚੰਡੀਗੜ੍ਹ ਵਰਗਾ ਕੁਛ ਹੋਵੇ। ਸੋ ਦ ਥਿੰਗ ਵਾਸ ਕਿ ਹੁਣ ਵੈਲਨੈਸ ਨਾਲ ਅਸੀਂ ਕਿਵੇਂ ਲੋਕਾਂ ਇਹ ਪ੍ਰਮੋਟ ਕਰ ਸਕਦੇ ਹਾਂ। ਸੋ ਅਸੀਂ ਆਰਕੀਟੈਕਟ ਹਾਇਰ ਕੀਤੇ ਉਮਾਰ ਕੇ ਰੈਬੀ। ਉਮਾਰ ਕੇ ਰੈਬੀ ਇਜ਼ ਅ ਵੈਰੀ ਵੈਲ ਵਰਲਡ ਰਿਨਾਊਂਡ ਆਰਕੀਟੈਕਟ ਫॉर ਬਾਇਓਕਲਾਈਮੈਟਿਕ ਟਾਊਨਸ਼ਿਪ ਪਲੈਨਿੰਗ। ਉਹ ਲੰਡਨ ਤੋਂ ਉਹਨਾਂ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ। ਹੀ ਹੈਜ਼ ਵਰਕਡ ਵਿਦ ਜੈਕਮਾ, alibaba.com ਦੇ ਓਨਰ ਨਾਲ। ਦੈਨ ਸੈਕਿੰਡ ਵਾਸ ਨਿਕਲਸ। ਸੋ ਨਿਕਲਸ ਇਜ਼ ਅ ਕੰਸਲਟਿੰਗ ਆਰਕੀਟੈਕਟ। ਨਿਕਲਸ ਜਿਵੇਂ ਆਪਾਂ ਕਹਿ ਰਹੇ ਨੇ ਇੰਡੀਆ ਦੀ IIT ਹੈ, ਵਰਲਡ ਦੀ MIT ਯੂਨੀਵਰਸਿਟੀ ਹੈ, ਵਰਲਡ ਦੀ MIT ਯੂਨੀਵਰਸਿਟੀ ਨੰਬਰ 1 ਯੂਨੀਵਰਸਿਟੀ ਹੈ ਵਰਲਡ ਦੀ, ਉਹਦਾ ਹੈਡ ਆਫ ਆਰਕੀਟੈਕਟ ਹੈ। ਸੋ ਵੀ ਬ੍ਰੌਟ ਬੈਸਟ ਬ੍ਰੇਨਸ ਇਨ ਦ ਵਰਲਡ ਟੂ ਵਰਕ ਔਨ ਆਵਰ ਸਾਈਡ, ਜਿਹਦੇ ਵਿੱਚ ਅਸੀਂ ਜੋ ਲਿਵਿੰਗ ਦੇਣਾ ਚਾਹੁੰਦੇ ਹਾਂ ਉਹ ਪੋਸੀਬਲ ਹੋ ਸਕੇ। ਸੋ ਇੱਥੋਂ ਵੈਲਨੈਸ ਸਿਟੀ ਦਾ ਜਿਹੜਾ ਇੱਕ ਆਈਡੀਆ ਸੀ, ਇੱਕ ਸੁਪਨਾ ਸੀ, ਉਹ ਜਨਰੇਟ ਹੋਇਆ।
ਉਹ ਜੋ ਅਸੀਂ ਪਲਾਨ ਕੀਤਾ ਸੀ। ਸੋ ਦਿਸ ਇਜ਼ ਗੋਇੰਗ ਟੂ ਬੀ ਦ ਬਿਗਨਿੰਗ ਆਫ ਬਾਇਓਕਲਾਈਮੈਟਿਕ ਲਿਵਿੰਗ ਇਨ ਇੰਡੀਆ। ਜੇ ਆਪਾਂ ਗੱਲ ਕਰ ਰਹੇ ਹਾਂ, ਦਿਸ ਇਜ਼ ਦ ਲੋਕੇਸ਼ਨ ਇਜ਼ ਇਨ ਰਾਜਪੁਰਾ, ਬਟ ਦਿਸ ਇਜ਼ ਗੋਇੰਗ ਟੂ ਬੀ ਰੋਲ ਮਾਡਲ ਆਫ ਇੰਡੀਆ ਕਿ ਇੱਦਾਂ ਦੀ ਸਿਟੀਜ਼ ਹੋਣੀਆਂ ਚਾਹੀਦੀਆਂ ਨੇ। ਜਿੱਦਾਂ ਦਾ ਚੰਡੀਗੜ੍ਹ ਇੱਕ ਰੋਲ ਮਾਡਲ ਬਣਿਆ ਸੀ, ਉਹਨਾਂ ਨੇ ਜਨਰੇਸ਼ਨ ਇੰਸਪਾਇਰ ਕੀਤੀਆਂ ਨੇ ਕਿ ਅਸੀਂ ਚੰਡੀਗੜ੍ਹ ਘਰ ਲੈਣਾ ਹੈ, ਅਸੀਂ ਉੱਥੇ ਘਰ ਲੈਣਾ ਹੈ। ਦ ਵੈਲਨੈਸ ਸਿਟੀ ਇਜ਼ ਗੋਇੰਗ ਟੂ ਬੀ ਦੈਟ ਪ੍ਰੋਜੈਕਟ ਕਿ ਜਨਰੇਸ਼ਨ ਗੱਲ ਕਰਨਗੇ ਯਾਰ ਜੋ ਉਹਨਾਂ ਨੇ ਪਲੈਨਿੰਗ ਕੀਤੀ ਸੀ ਅਸੀਂ ਵੀ ਉਹੀ ਪਲੈਨਿੰਗ ਕਰਨੀ ਹੈ। ਸੋ ਜੇ ਮੈਂ ਗੱਲ ਕਰਾਂ, ਵੀ ਹੈਵ ਨੰਬਰ ਆਫ ਫਸਟ ਜਿਹੜੇ ਇਸ ਰੀਜਨ ਦੇ ਵਿੱਚ ਨਹੀਂ ਹੈਗੇ। ਫॉर एग्जांपल फर्स्ट रियल एस्टेट डेवलपमेंट मेड यूजिंग बायोक्लाइमेटिक डिजाइन प्रिंसिपल्स, फर्स्ट टाउनशिप टू हैव 600 मीटर अप्रोक्सीमेट लॉन्ग पेडेस्ट्रियन स्पाइन विदाउट एनी व्हीकलर इंटरफेरेंस, फर्स्ट टू build around 8 pillars of wellness, social wellness, intellectual wellness, spiritual wellness, then first to incorporate the 5 elements of nature, air, water, soul। इदां दी चीज़ां कदे किसी ने सोचिया ही नहीं जिहड़ियां अपनी जेह्ड़े जरूरी सीगियां। ਤੇ ਉਦੋਂ ਫਸਟ ਡਿਵੈਲਪਮੈਂਟ ਹਰ ਘਰਾਂ ਦੇ ਪਿੱਛੇ ਪਾਰਕ, ਕਿਸੇ ਵੀ ਟਾਊਨਸ਼ਿਪ ਦੇ ਜੋ ਦੇਖੋਗੇ ਕਿਸੇ ਘਰ ਦੇ ਪਿੱਛੇ ਪਾਰਕ ਨਹੀਂ ਹੈਗਾ। ਦੈਨ ਫਸਟ ਟਾਊਨਸ਼ਿਪ ਇਨ ਰੀਜਨ ਟੂ ਹੈਵ ਪੈਡੈਸਟਰੀਅਨ ਐਂਡ ਰੋਡ ਨੈਟਵਰਕ ਡਿਫਰੈਂਟ। ਆਪਣੇ ਪੰਜਾਬ ਦੇ ਕਲਚਰ ਨੂੰ ਸਟੱਡੀ ਕਰਕੇ ਨਾ ਅਸੀਂ ਇਹ ਚੀਜ਼ ਕੀਤੀ ਫੀਲ ਕਿ ਬੱਚੇ ਵੀ ਬਜ਼ੁਰਗ ਵੀ ਇੱਕ ਘਰਾਂ ਦੇ ਵਿੱਚ ਰਹਿੰਦੇ ਨੇ ਤੇ ਹਾਊ ਕੈਨ ਵੀ ਮੇਕ ਸੇਫ ਫॉर देम। ਤਾਂ ਆਪਣੇ ਘਰ ਆਪਣੀ ਕਾਲੋਨੀ ਦੇ ਵਿੱਚ ਪੈਡੈਸਟਰੀਅਨ ਵਾਕ ਟੋਟਲੀ ਡਿਫਰੈਂਟ ਹੈ ਤੇ ਰੋਡ ਨੈਟਵਰਕ ਟੋਟਲੀ ਡਿਫਰੈਂਟ ਹੈ। ਸੋ ਦਿਸ ਇਜ਼ ਦ ਫਸਟ ਸਿਟੀ। ਦੈਨ ਫਸਟ ਮਲਟੀ ਲੈਵਲ ਕਲੱਬ ਹਾਊਸ ਵਿਦ 100% ਐਕਟੀਵਿਟੀਜ਼। ਉਦੋਂ ਬਾਅਦ ਸਭ ਤੋਂ ਵੱਡੀ ਗੱਲ ਨਾਰਥ ਇੰਡੀਆ ਦਾ ਲਾਰਜੈਸਟ ਆਰਟ ਆਫ ਲਿਵਿੰਗ ਦਾ ਆਸ਼ਰਮ ਹੈ। ਐਡਾ ਵੱਡਾ ਆਰਟ ਆਫ ਲਿਵਿੰਗ ਦਾ ਆਸ਼ਰਮ ਨਾਰਥ ਇੰਡੀਆ 'ਚ ਕਿਤੇ ਵੀ ਨਹੀਂ ਹੈਗਾ। ਸੋ ਨਾਰਥ ਇੰਡੀਆਜ਼ ਬਿਗੇਸਟ ਆਰਟ ਆਫ ਲਿਵਿੰਗ ਦਾ ਆਸ਼ਰਮ। ਸੋ ਸਾਡੇ ਕੋਲ ਇੰਨੇ ਕੇ ਫਸਟ ਹੈ ਜੋ ਅਸੀਂ ਇਸ ਇੰਡਸਟਰੀ ਦੇ ਵਿੱਚ ਟ੍ਰੈਂਡ ਸੈੱਟ ਕਰਨ ਜਾ ਰਹੇ ਹਾਂ, ਜੋ ਕਿਸੇ ਕੋਲ ਹੈ ਹੀ ਨਹੀਂ। ਹੁਣ ਕੀ ਹੈ ਸਾਡਾ ਵਿਜ਼ਨ, ਕੀ ਹੈ ਸਾਡਾ ਆਪਣਾ ਮਿਸ਼ਨ ਕੀ ਹੈ ਨਾ, ਬੇਸਿਕਲੀ ਅਸੀਂ ਜੋ ਇਹ ਸੋਚਿਆ ਸੀ ਅਸੀਂ ਇੱਕ ਇੱਦਾਂ ਦੀ ਕਮਿਊਨਿਟੀ ਬਣਾਉਣਾ ਚਾਹੁੰਦੇ ਹਾਂ ਕਿ ਜਿੱਥੇ ਹਰ ਬੰਦਾ ਇੱਕ ਹੋਮਲੀ ਫੀਲ ਕਰੇ ਕਿ ਅਸੀਂ ਸਿਰਫ ਅਸੀਂ ਨਾ ਗਰੋ ਕਰੀਏ, ਤੁਸੀਂ ਸਾਡੇ ਨਾਲ ਗਰੋ ਕਰੋ। ਉਹ ਕਮਿਊਨਿਟੀ ਬਣ ਜਾਏ, ਹਰ ਬੰਦਾ ਹਰ ਇੱਕ ਨੂੰ ਜਾਣਦਾ ਹੈਗਾ, ਹਰ ਬੰਦਾ ਹਰ ਨੂੰ ਮਿਲਦਾ ਹੈ, ਉਹ ਕਮਿਊਨਿਟੀ ਇੱਕ ਦੂਜੇ ਨੂੰ ਪੂਰਾ ਸਪੋਰਟ ਕਰੇ। ਉੱਦਾਂ ਦਾ ਸਾਡਾ ਉਹ ਵਿਜ਼ਨ ਸੀਗਾ। ਮਿਸ਼ਨ ਅਸੀਂ ਇੱਦਾਂ ਦੀਆਂ ਕਮਿਊਨਿਟੀਜ਼ ਨਾਲ ਜਿਹੜੀ ਈਕੋ ਫਰੈਂਡਲੀ ਹੋਣ, ਸਸਟੇਨੇਬਲ ਹੋਵੇ, ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਇਨੋਵੇਟਿਵ ਹੋਵੇ ਕਿ ਕੁਛ ਨया ਅਸੀਂ ਮਾਰਕੀਟ 'ਚ ਲੈ ਕੇ ਆਉਂਦੇ ਰਹੀਏ। ਇਹਦੇ ਵਿੱਚ ਪਲਾਟਸ ਆ ਰਹੇ ਨੇ, ਇਹਦੇ ਵਿੱਚ ਅਪਾਰਟਮੈਂਟਸ ਆ ਰਹੇ ਨੇ, ਇਹਦੇ ਵਿੱਚ ਕਮਰਸ਼ੀਅਲ ਵੀ ਆ ਰਹੇ ਹੈ। ਦੈਨ ਦੇਰ ਆਰ ਲੋਟ ਆਫ ਥਿੰਗਸ ਕਮਿੰਗ, ਅੱਗੇ ਵੀ ਆਉਣਗੀਆਂ, ਸਰਪ੍ਰਾਈਜ਼ ਹੈ ਸਾਰਾ ਕੁਛ। ਦੈਨ ਆਪਾਂ ਆਸ਼ਰਮ ਦੀ ਗੱਲ ਕਰ ਰਹੇ ਸੀ ਕਿ ਦਿਸ ਇਜ਼ ਨਾਰਥ ਇੰਡੀਆਜ਼ ਲਾਰਜੈਸਟ ਆਰਟ ਆਫ ਲਿਵਿੰਗ ਆਸ਼ਰਮ। ਆਈ ਥਿੰਕ ਗੁਰੂ ਜੀ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਗੁਰੂਦੇਵ ਸ਼੍ਰੀ ਰਵੀ ਸ਼ੰਕਰ ਜੀ। ਸੋ ਹੀ ਬਲੈਸਡ ਅਸ ਵਿਦ ਦਿਸ ਨੇਮ ਐਜ਼ ਵੈਲ, ਦ ਵੈਲਨੈਸ ਸਿਟੀ। ਅਸੀਂ ਉਹਨਾਂ ਕੋਲ ਇੱਦਾਂ ਦਾ ਕਨਸੈਪਟ ਲੈ ਕੇ ਗਏ ਤਾਂ ਉਹਨਾਂ ਨੇ ਸਾਨੂੰ ਹਾਰਟਲੀ ਵੈਲਕਮ ਕੀਤਾ। ਕਹਿੰਦੇ ਤੁਹਾਨੂੰ ਬਹੁਤ ਅੱਛਾ ਲੱਗਿਆ, ਤੁਸੀਂ ਇੱਦਾਂ ਦਾ ਕੁਝ ਸੋਚ ਰਹੇ ਹੋ, ਇੱਦਾਂ ਦਾ ਤੁਸੀਂ ਬਣਾਉਣ ਦੀ ਗੱਲ ਕਰ ਰਹੇ ਹੋ। ਸੋ ਜਿਹੜਾ ਨਾਮ ਹੈ ਦ ਵੈਲਨੈਸ ਸਿਟੀ, ਇਹ ਵੀ ਗੁਰੂ ਜੀ ਨੇ ਹੀ ਦਿੱਤਾ। 156 ਕੰਟਰੀਆਂ ਦੇ ਵਿੱਚ ਬੇਸ ਹੈ ਆਰਟ ਆਫ ਲਿਵਿੰਗ ਦਾ। ਦੇ ਹੈਵ ਅਰਾਊਂਡ 50 ਕਰੋੜ ਫੋਲੋਅਰਸ ਤੇ ਗੁਰੂ ਜੀ ਹੈਜ਼ ਬੀਨ ਅਵਾਰਡਡ ਪਦਮਾ ਸ਼੍ਰੀ ਅਵਾਰਡ, ਜਿਹੜਾ ਆਪਣਾ ਹਾਈਐਸਟ ਇੱਕ ਸਿਵਿਲਿਅਨ ਅਵਾਰਡ ਹੈ ਇੰਡੀਆ ਦਾ। ਸੋ ਇਹਦੇ ਵਿੱਚ ਬਹੁਤ ਫੀਚਰਸ ਨੇ। ਨਾਰਥ ਇੰਡੀਆਜ਼ ਡਿਜ਼ਾਈਨ ਵਿਦ ਬਾਇਓਕਲਾਈਮੈਟਿਕ ਆਰਕੀਟੈਕਚਰ, ਸਾਰਾ ਸਸਟੇਨੇਬਲ ਚੀਜ਼ਾਂ ਨਾਲ ਬਣਾ ਰਹੇ ਹਾਂ ਅਸੀਂ। ਸਟੈਪ ਗਾਰਡਨਸ ਇਨ ਐਵਰੀ ਵਿਲਾ, ਆਈ ਥਿੰਕ ਇਹ ਸਾਰਾ ਕੁਝ ਤੁਹਾਨੂੰ ਪਤਾ ਹੀ ਹੈ। ਸੋ ਬੇਸਿਕਲੀ ਮੈਂ ਤੁਹਾਨੂੰ ਸਾਰਾ ਕਰਕਸ ਦੱਸਦਾ ਸਾਡਾ ਕੀ ਵਿਜ਼ਨ ਸੀ, ਸਾਡਾ ਕੀ ਮਿਸ਼ਨ ਹੈ। ਸੋ ਅਸੀਂ ਇੱਕ ਇੱਦਾਂ ਦੀ ਕਮਿਊਨਿਟੀ ਬਣਾਉਣਾ ਚਾਹੁੰਦੇ ਹਾਂ ਤੁਹਾਡੇ ਸਾਰਿਆਂ ਨਾਲ ਮਿਲ ਕੇ। ਅਸੀਂ ਨਾ ਕਦੇ ਵੀ ਤੁਹਾਨੂੰ ਐਜ਼ ਐਨ ਇਨਵੈਸਟਰ ਜਾਂ ਅਸੀਂ ਐਂਡ ਯੂਜ਼ਰ ਨਹੀਂ ਕਹਾਂਗੇ ਯੂ ਆਰ ਆਰ ਪਾਰਟਨਰਸ। ਤੁਸੀਂ ਉੱਥੇ ਕੁਝ ਸ਼ੇਅਰ ਹੋਲਡ ਕਰਦੇ ਹੋ ਤੇ ਅਸੀਂ ਤੁਹਾਡੀ ਫੀਡਬੈਕਸ ਵੀ, ਤੁਸੀਂ ਕੀ ਸਾਨੂੰ ਕਹੋਗੇ ਕਿ ਇਹ ਆਪਾਂ ਐਕਸਟਰਾ ਕਰ ਸਕਦੇ ਹਾਂ, ਕੀ ਆਪਾਂ ਨੂੰ ਕਰਨਾ ਚਾਹੀਦਾ ਫॉर ਬੈਟਰਮੈਂਟ ਆਫ ਸੋਸਾਇਟੀ, ਉਹ ਅਸੀਂ ਬਿਲਕੁਲ ਕਰਾਂਗੇ।